ਹੈਲੋ ਮਾਈ ਸਟੂਡੈਂਟਸ, ਮੈਂ ਤੁਹਾਡਾ ਸਾਰਿਆਂ ਦਾ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਵੱਲੋਂ ਆਪਣੇ ਇਸ ਲੈਕਚਰ 'ਚ ਸਵਾਗਤ ਕਰਦੀ ਹਾਂ। ਮੈਂ ਮਨਿੰਦਰ ਕੌਰ, ਗੌਰਮੈਂਟ ਆਈ ਅਨੰਦਪੁਰ ਸਾਹਿਬ, ਅੱਜ ਤੁਹਾਡੇ ਲਈ ਲੈ ਕੇ ਆਈ ਹਾਂ ਤੁਹਾਡੀ ਆਪਣੀ ਟ੍ਰੇਡ ਸਰਫੇਸ ਔਰਨਾਮੈਂਟੇਸ਼ਨ ਟੈਕਨੀਕਸ ਦਾ ਟੌਪਿਕ ਕੁਆਲਿਟੀ ਕੰਟਰੋਲ ਇਨ ਅਪੈਰਲ ਸੈਕਟਰ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ, ਅੱਜ ਅਸੀਂ ਸਿੱਖਾਂਗੇ ਕੁਆਲਿਟੀ ਕੰਟਰੋਲ ਕੀ ਹੁੰਦਾ ਹੈ, ਇਸ ਦੀਆਂ ਕਿੰਨੀਆਂ ਟਾਈਪਸ ਹੈ ਔਰ ਇਸ ਦੀਆਂ ਕਿਹੜੀਆਂ ਸਟੇਜਿਸ ਹੈ ਅਤੇ ਇੱਕ ਅੱਛੇ ਕੁਆਲਿਟੀ ਕੰਟਰੋਲ ਦਾ ਕੀ ਰੋਲ ਹੁੰਦਾ ਹੈ। ਕੁਆਲਿਟੀ ਹੁੰਦੀ ਕੀ ਹੈ? ਕੁਆਲਿਟੀ ਹੁੰਦੀ ਹੈ ਮੈਨੇਜਮੈਂਟ ਵਿੱਚ ਐਕਸੀਲੈਂਸੀ, ਔਰ ਕਲਾਇੰਟ ਨੂੰ ਸੈਟਿਸਫਾਈ ਅਸੀਂ ਕਿਸ ਤਰ੍ਹਾਂ ਲਿਆਉਣਾ, ਆਪਣੀ ਕੁਆਲਿਟੀ ਦੇ ਵਿੱਚ, ਆਪਣੀ ਗੁਣਵੱਤਾ ਦੇ ਵਿੱਚ ਸੁਧਾਰ ਕਿਸ ਤਰ੍ਹਾਂ ਕਰਕੇ ਅਸੀਂ ਆਪਣੇ ਪ੍ਰੋਡਕਟ ਨੂੰ ਉੱਚੇ ਪੱਧਰ 'ਤੇ ਲੈ ਕੇ ਜਾਣਾ ਹੈ, ਦੈਟ ਇਜ਼ ਕਾਲਡ ਕੁਆਲਿਟੀ। ਹੁਣ ਅਸੀਂ ਗੱਲ ਕਰਦੇ ਹਾਂ ਕੁਆਲਿਟੀ ਕੰਟਰੋਲ ਇਨ ਅਪੈਰਲ ਸੈਕਟਰ। ਅਪੈਰਲ ਸੈਕਟਰ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ। ਅਪੈਰਲ ਸੈਕਟਰ ਇੱਕ ਕੱਪੜਿਆਂ ਦੇ ਨਾਲ ਜੁੜਿਆ ਹੋਇਆ ਸੈਕਟਰ ਹੈ, ਜਿਸ ਵਿੱਚ ਕਿ ਰੈਡੀਮੇਡ ਗਾਰਮੈਂਟਸ ਦੀ ਸਾਰੀ ਇੰਡਸਟਰੀ, ਟੈਕਸਟਾਈਲ, ਸਪਿਨਿੰਗ, ਵੀਵਿੰਗ, ਸਾਰੀ ਇੰਡਸਟਰੀ ਅਪੈਰਲ ਸੈਕਟਰ ਵਿੱਚ ਹੀ ਆਉਂਦੀ ਹੈ। ਇਹ ਕੁਆਲਿਟੀ ਕੰਟਰੋਲ ਜਿਹੜਾ ਹੈ, ਇਹ ਅਪੈਰਲ ਸੈਕਟਰ ਵਿੱਚ ਸਭ ਤੋਂ ਪਹਿਲੇ ਮੁੱਢਲੀ ਸਟੇਜ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਜਿਸ ਵਿੱਚ ਕਿ ਸਭ ਤੋਂ ਪਹਿਲਾਂ ਹੈ ਜਿਹੜੀ ਕੱਪੜੇ ਦੀ ਬੁਣਾਈ ਤੋਂ ਲੈ ਕੇ ਤਾਣਾ ਬਾਣਾ ਬੁਣਨਾ, ਧਾਗੇ ਦੀ ਬੁਣਾਈ, ਉਸ ਤੋਂ ਬਾਅਦ ਵਿੱਚ ਕੱਪੜਾ ਬਣਨਾ ਅਤੇ ਫਾਈਨਲੀ ਐਂਡ ਵਿੱਚ ਜਾ ਕੇ ਗਾਰਮੈਂਟ ਦਾ ਤਿਆਰ ਹੋਣਾ। ਇਹ ਸਾਰਾ ਕੁਝ ਸਾਡਾ ਕੁਆਲਿਟੀ ਕੰਟਰੋਲ ਦੇ ਸੈਕਸ਼ਨ ਵਿੱਚ ਆਉਂਦਾ ਹੈ, ਜਿਹਦੇ ਕਿ ਐਂਡ ਵਿੱਚ ਜਾ ਕੇ ਸਾਡੇ ਕੋਲ ਫਿਨਿਸ਼ਡ ਗਾਰਮੈਂਟ ਪ੍ਰੋਡਕਟਸ ਮਿਲਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗਾਰਮੈਂਟ ਸੈਕਟਰ ਦੇ ਵਿੱਚ ਅਲੱਗ-ਅਲੱਗ ਸੈਕਟਰਸ ਹੁੰਦੇ ਆ। ਸਭ ਤੋਂ ਪਹਿਲਾਂ ਰॉ ਮਟੀਰੀਅਲ, ਉਸ ਤੋਂ ਬਾਅਦ ਰॉ ਮਟੀਰੀਅਲ ਇਸ਼ੂ ਹੁੰਦਾ ਹੈ, ਫਿਰ ਉਸ ਤੋਂ ਬਾਅਦ ਫੈਬਰਿਕ ਚੈੱਕ ਹੋਣ ਲਈ ਜਾਂਦਾ ਹੈ, ਨੈਕਸਟ ਫਿਰ ਕਟਿੰਗ ਸੈਕਸ਼ਨ ਆ ਜਾਂਦਾ ਹੈ, ਮਾਰਕਿੰਗ ਸੈਕਸ਼ਨ ਆਉਂਦਾ ਹੈ, ਉਸ ਤੋਂ ਬਾਅਦ ਫਿਰ ਸਵਿੰਗ ਸੈਕਸ਼ਨ ਆਉਂਦਾ, ਦੈਨ ਉਸ ਤੋਂ ਬਾਅਦ ਵਿੱਚ ਫਿਰ ਐਮਬਰਾਇਡਰੀ ਸੈਕਸ਼ਨ ਆਉਂਦਾ ਹੈ। ਐਮਬਰਾਇਡਰੀ ਤੋਂ ਬਾਅਦ ਵਿੱਚ ਸਾਡੇ ਕੋਲ ਫਿਨਿਸ਼ਿੰਗ ਹੁੰਦੀ ਹੈ, ਜਿਸ ਦੇ ਵਿੱਚ ਆਪਾਂ ਡਾਈ ਕਰਦੇ ਹਾਂ ਕੱਪੜੇ ਨੂੰ, ਅਲੱਗ-ਅਲੱਗ ਕੈਮੀਕਲਸ ਦੇ ਨਾਲ ਫਿਨਿਸ਼ਿੰਗ ਦਿੱਤੀ ਜਾਂਦੀ ਹੈ, ਵਾਸ਼ਿੰਗ ਹੁੰਦੀ ਹੈ, ਐਂਡ ਵਿੱਚ ਜਾ ਕੇ ਪੈਕਿੰਗ ਹੁੰਦੀ ਹੈ। ਇਹ ਸ਼ੁਰੂ ਤੋਂ ਲੈ ਕੇ ਐਂਡ ਵਾਲੇ ਹਰ ਇੱਕ ਸੈਕਟਰ ਵਿੱਚ, ਹਰ ਇੱਕ ਸੈਕਟਰ ਦੇ ਵਿੱਚ ਕੁਆਲਿਟੀ ਕੰਟਰੋਲਿੰਗ ਕੀਤੀ ਜਾਂਦੀ ਹੈ, ਤਾਂ ਜੋ ਸਾਨੂੰ ਕਿਸੇ ਵੀ ਸਟੈਪ 'ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ। ਹੁਣ ਅਸੀਂ ਗੱਲ ਕਰਦੇ ਹਾਂ ਮੈਥਡਸ ਆਫ ਕੁਆਲਿਟੀ ਕੰਟਰੋਲ ਬਾਰੇ। ਕਿਹੜੇ ਮੈਥਡਸ ਨਾਲ ਕੁਆਲਿਟੀ ਨੂੰ ਕੰਟਰੋਲ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾ ਮੈਥਡ ਹੈ ਕੁਆਲਿਟੀ ਕੰਟਰੋਲ ਦਾ ਟੈਸਟਿੰਗ। ਟੈਸਟਿੰਗ ਦੇ ਦੁਆਰਾ ਅਸੀਂ ਕੁਆਲਿਟੀ ਕੰਟਰੋਲ ਕਰ ਸਕਦੇ ਹਾਂ। ਦੂਜਾ ਮੈਥਡ ਹੈ ਸਾਡਾ ਇੰਸਪੈਕਸ਼ਨ। ਇੰਸਪੈਕਸ਼ਨ ਵਿੱਚ ਵੀ ਚੈਕਿੰਗ ਕੀਤੀ ਜਾਂਦੀ ਹੈ, ਜਿਸ ਵਿੱਚ ਕਿ ਕੁਆਲਿਟੀ ਕੰਟਰੋਲਰ ਹੈ ਜਿਹੜਾ ਆਪਣੀ ਸਟੈਂਪ ਲਗਾ ਦਿੰਦਾ ਹੈ ਪਾਸ ਔਰ ਫੇਲ ਦੀ। ਉਸ ਤੋਂ ਬਾਅਦ ਹੀ ਸਾਡਾ ਪ੍ਰੋਡਕਟ, ਕੋਈ ਵੀ ਪ੍ਰੋਡਕਟ ਹੈ ਜਿਹੜਾ ਉਹ ਪਾਸ ਹੋ ਕੇ ਅਗਲੇ ਸੈਕਟਰ ਵਿੱਚ ਜਾਂਦਾ ਹੈ। ਹੁਣ ਕੁਝ ਕੁਆਲਿਟੀ ਕੰਟਰੋਲ ਦੇ ਕੁਝ ਸਟੈਂਡਰਡਸ ਹੈ ਜਿਹੜੇ ਕਿ ਸਾਡੇ ਗੌਰਮੈਂਟ ਨੇ ਫਿਕਸ ਕੀਤੇ ਹੋਏ ਹੈ ਕਿ ਕੁਆਲਿਟੀ ਕੰਟਰੋਲ ਜਿਹੜਾ ਕਰਦੇ ਹਾਂ ਅਸੀਂ, ਉਹਦੇ ਕੀ ਸਟੈਂਡਰਡਸ ਹੁੰਦੇ ਆ। ਸਾਡੀ ਨੈਸ਼ਨਲ ਰੈਗੂਲੇਟਰੀ ਜਿਹੜੀ ਹੈਗੀ ਹੈ, ਉਹ ਕੁਆਲਿਟੀ ਨੂੰ ਸਰਟੀਫਾਈ ਕਰਦੀ ਹੈ। ਇੰਟਰਨੈਸ਼ਨਲ ਕੁਝ ਕੁਆਲਿਟੀ ਦੇ ਪ੍ਰੋਗਰਾਮਸ ਹੈ, ਲਾਈਕ ਜਿਵੇਂ ISO 9001 ਸੀਰੀਜ਼ ਹੈ। ਇਹ ਸੀਰੀਜ਼ ਅੱਗੇ ਤੱਕ ਚੱਲਦੀ ਹੈ। ਇਹ ਕਿਸੇ ਵੀ ਪ੍ਰੋਡਕਟ 'ਤੇ ਬਹੁਤ ਜ਼ਿਆਦਾ ਬਰੋਡ ਕੁਆਲਿਟੀ ਦੇ ਪੈਰਾਮੀਟਰ ਸੈੱਟ ਕਰਦੀ ਹੈ, ਜਿਨ੍ਹਾਂ ਦੇ ਬੇਸ 'ਤੇ ਕਿ ਹਰ ਇੱਕ ਕੰਪਨੀ ਨੂੰ ਆਪਣੀ ਐਕਸਪੋਰਟ ਦੀ ਕੁਆਲਿਟੀ ਨੂੰ, ਆਪਣੀ ਪ੍ਰੋਡਕਟ ਦੀ ਕੁਆਲਿਟੀ ਨੂੰ ਬਰਕਰਾਰ ਰੱਖਣਾ ਪੈਂਦਾ। ਅਗਰ ਉਹ ਕੁਆਲਿਟੀ ਸਾਡੇ ਕੋਲ ਨਹੀਂ ਹੋਏਗੀ ਤਾਂ ਉਸ ਕੰਪਨੀ ਦੀ ਜਿਹੜੀ ਰੈਪੂਟੇਸ਼ਨ ਹੈ ਉਹ ਡਾਊਨ ਹੋ ਜਾਏਗੀ। ਕਿਸੇ ਵੀ ਕੰਪਨੀ ਦੀ ਜਿਹੜੀ ਰੈਪੂਟੇਸ਼ਨ ਹੈ ਉਹ ਕੁਆਲਿਟੀ ਕੰਟਰੋਲ ਸਟੈਂਡਰਡਸ ਦੇ ਬੇਸ ਉੱਤੇ ਹੀ ਟਿਕੀ ਹੁੰਦੀ ਹੈ। ਉਸ ਦੀ ਪ੍ਰੋਡਕਸ਼ਨ, ਉਸ ਦਾ ਸੇਲ ਰੇਟ,
उसकी शेयर मार्केट विच कित्थे जगह बनती है, ये सब कुछ क्वालिटी कंट्रोल के स्टैंडर्ड्स ते ही डिपेंड करता है। आओ हुण कुछ जानते हैं गारमेंट्स के जोड़े मैन्युफैक्चरर्स ते एक्सपोर्टर्स बारे कि वो मेन किहड़ियां चीज़ों का ध्यान रखते हैं क्वालिटी कंट्रोल के रिगार्डिंगली। सब तो पहला तो साडे कोल ओवरलुक गारमेंट की कपड़े की गारमेंट की ओवरलुक किस तरह की है, ओवरऑल लुक। उस तो बाद कपड़े की बनतर किस तरह की है कि वो राइट फॉर्मेशन बनया है या नहीं बनया। नंबर 3 ते है साडे कोल फील एंड फॉल ऑफ द गारमेंट। उस तो बाद साडे कोल कपड़े दियाँ फिजिकल प्रॉपर्टीज़ आ जांदियां। दैन नैक्सट साडे कोल कपड़े का रंग पक्का है या नहीं, कलर फास्टनेस। तो एंड विच साडे कोल कपड़े की फिनिशिंग किस तरह की है, फिनिशिंग वालियां प्रॉपर्टीज़ आ जांदियां जिहड़ियां कि साडे कोल क्वालिटी कंट्रोल के स्टैंडर्ड्स दे विच काउंट कीतियां जांदियां ने। क्वालिटी कंट्रोल के साडे कोल कुछ उद्देश हुंदे हैं, जिन्हां उद्देशां नूं मुੱਖ रखदे हुंदे कोई भी कंपनी अपनी क्वालिटी कंट्रोल स्टैंडर्ड्स नूं बनाती है तो क्वालिटी कंट्रोलर्स नूं अपॉइंट करती है। उहदे चों पहला सब तो वड्डा उद्देश है कि अपनी कंपनी दी जिहड़े भी प्रोडक्ट तैयार करते हैं उसकी प्रोडक्शन नूं वध तो वध ऊँचे तो ऊँचे पद्धर ते लैके जाना, और वो भी पहली वार 'ਚ। इस तरह नहीं होना चाहिए कि असी बार बार किसी प्रोडक्ट नूं बनाइए तैयार करिए वो दोबारा खराब होवे ते असी दोबारा उसनूं रैक्टिफाई करिए। फर्स्ट टाइम विच ही वो प्रोडक्ट है जिहड़ा अपनी गुणवत्ता दी ऊँचे पद्धर ते जाना चाहिए है, यानी कि इक्को टाइम विच वो कपड़ा या कोई भी प्रोडक्ट है वो बिल्कुल करैक्ट बनना चाहिए। नंबर 2 ते है साडे कोल कोई भी जो असी फैब्रिक बनाते हैं, गारमेंट बनाते हैं, उसका फैब्रिक बेस्ट होना चाहिए, उसका डिज़ाइन साडे कोल सैटिस्फैक्टरी होना चाहिए, तो उसका कलर, उसकी सूटेबिलिटी, उसके कंपोनेंट्स मीनस कि जो असी असैसरीज यूज़ करते हैं उहदे ते उहदी जिहड़ी फिटिंग साइज़ है वो सारा मार्केट के अकॉर्डिंगली बेस्ट होना चाहिए, तां जो वो पहली लुक विच ही कस्टमर नूं, साडे बायर्स नूं पसंद आ जाए। हुण असीं गल करते हैं क्वालिटी कंट्रोल काम किवें करदा है। एक क्वालिटी कंट्रोलर जिसकी क्वालिटी नूं कंट्रोल करन ते ड्यूटी लगी हुंदी है, उसने काम किस तरह करना है। सब तो पहला है साडे कोल प्लान, दैन डू, दैन चैक एंड दैन एक्ट। सब तो पहला प्लान बनाओ, फिर उसनूं उस ते इंप्लीमेंट करो, फिर उसनूं चैक करो कि जो असीं इंप्लीमेंट किया वो वर्क कर रहा है या नहीं कर रहा, तो 4th नंबर ते एक्ट, उसनूं कन्फर्म कर दो, चैक करन तो बाद विच फाइनल कर दो। साडे कोल कुछ स्टैप्स हुंदे ने क्वालिटी नूं कंट्रोल करन दे, जिवें उहदे विच कुछ अलग अलग तरह के साडे इंस्पैक्शन ते क्वालिटी कंट्रोल के स्टैप्स आते हैं। सब तो पहला जो असी इनू इंस्पैक्शन लूप कहा जाता है। इंस्पैक्शन जो असी करते हैं, सब तो पहला असी की करांगे, जिहड़े साडे डिफैक्ट है, जिहड़ियां साडियां कमियां है, उन्हां दी पहचान करांगे, डिटैक्शन ऑफ डिफैक्ट्स। नंबर 2 ते इनफॉर्म डिफैक्ट्स टू एप्रोप्रिएट परसोनल। जिस बंदे तो डिफैक्ट विच होई है, डिफैक्ट होया है, जिस तो कमी रही है, सब तो पहला उसनूं असी ढुकवें बंदे नूं उहदे बारे इनफॉर्म करांगे, फिर उस तो बाद विच उहदे कारणां नूं दूर करांगे, एंड विच उहदी करैक्शन करके उन्होंने दोबारा तो फिर इंस्पैक्शन की जाएगी कि जो साडे डिफैक्ट सीगे वो दूर होए है या नहीं है, रैक्टिफिकेशन साडी हुई है या नहीं हुई है। हुण साडे कोल क्वालिटी कंट्रोल दियां कई स्टेजिस है, जिन्हां विच साडे कोल प्री प्रोडक्शन इंस्पैक्शन आती है। प्री प्रोडक्शन मीनस कि किसी गारमेंट नूं तैयार करन तो पहला जिहड़े चैकिंग्स कीतियां जांदियां उसनूं प्री प्रोडक्शन इंस्पैक्शन कहते हैं। इस विच साडे कोल जिहड़ी कपड़े की सब तो पहला बुनाई है, जो निटिंग की जाती है, उहदे सब तो पहला साडे कोल धागे की चैकिंग होएगी कि धागा साडा स्ट्रोंग है या नहीं है, उहदे ट्विस्ट किस तरह के ने।
ਉਹਦੀ ਬਣਤਰ ਵਿੱਚ ਕੋਈ ਕਮੀ ਤਾਂ ਨਹੀਂ ਰਹਿ ਗਈ, ਉਹਦੇ ਵਾਪ ਐਂਡ ਵੈਫਟ ਵਿੱਚ ਕਿਤੇ ਕੋਈ ਪ੍ਰੋਬਲਮ ਤਾਂ ਨਹੀਂ, ਸਭ ਕੁਝ ਐਕੂਰੇਟ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਵਿੱਚ ਸਾਡੇ ਕੋਲ ਫਿਰ ਜਿਹੜਾ ਫਾਈਬਰ ਹੈ ਉਸਦੀ ਲੈਬੋਰਟਰੀ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ, ਉਸਦੀ ਕਲਰ ਫਾਸਟਨੈਸ, ਉਸਦੀ ਸੌਫਟਨੈਸ, ਉਸਦੀ ਸ਼ਰਿੰਕੇਜ, ਉਸਦਾ ਡਾਇਆਮੀਟਰ, ਡਾਈਂਗ ਲੈਵਲਨੈਸ, ਫੈਬਰਿਕ ਦੀ ਕੰਸਟਰਕਸ਼ਨ, ਸ਼ੇਡ ਮੈਚਿੰਗ, ਵਰਟੀਕਲ ਐਂਡ ਹੌਰੀਜ਼ੋਂਟਲ ਸਟਰਾਈਪਸ, ਇਹ ਸਾਰਾ ਕੁਝ ਸਾਡਾ ਪ੍ਰੀ ਪ੍ਰੋਡਕਸ਼ਨ ਇਨਸਪੈਕਸ਼ਨ ਦੇ ਵਿੱਚ ਆਉਂਦਾ ਹੈ। ਫਿਰ ਜਦੋਂ ਕੱਪੜਾ ਬਣ ਕੇ ਤਿਆਰ ਹੋ ਜਾਂਦਾ ਆਫਟਰ ਵੀਵਿੰਗ, ਉਸਦੀ ਫਿਰ ਦੁਬਾਰਾ ਇਹ ਸਾਰੇ ਪ੍ਰੋਸੈਸਿਸ ਵਿੱਚੋਂ ਚੈਕਿੰਗ ਕੀਤੀ ਜਾਂਦੀ ਹੈ, ਜਿਵੇਂ ਕਿ ਕੱਪੜੇ ਦਾ ਡਾਇਆਮੀਟਰ ਕਿੰਨਾ ਹੈ, ਉਸਦਾ ਸ਼ਰਿੰਕੇਜ ਲੈਵਲ, ਉਸਦੀ ਸੌਫਟਨੈਸ, ਉਸਦਾ ਕਲਰ ਫਾਸਟਨੈਸ, ਕਿਤੇ ਫੈਬਰਿਕ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਤਾਂ ਨਹੀਂ ਰਹਿ ਗਈ, ਕੋਈ ਹੋਲ ਤਾਂ ਨਹੀਂ ਹੈ, ਨਿਟਿੰਗ ਦੇ ਡਿਫੈਕਟਸ ਜਿਵੇਂ ਮਿਸਿੰਗ ਲੂਪਸ ਹੋ ਗਈਆਂ, ਸਿੰਕਰ ਲਾਈਨਸ, ਬੋਇੰਗ ਐਟਸੈਟਰਾ, ਸਕੁਇੰਗ, ਮਤਲਬ ਕਿ ਕੱਪੜਾ ਟੇਢਾ ਮੇਢਾ ਤਾਂ ਨਹੀਂ ਹੈ। ਇਹ ਸਾਰਾ ਕੁਝ ਸਾਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਅਤੇ ਇਸਦੇ ਨਾਲ ਹੀ ਕੁਝ yarn ਦੇ ਡਿਫੈਕਟਸ ਹੁੰਦੇ ਆ, ਜਿਵੇਂ ਥਿਕ ਐਂਡ ਥਿਨ ਪਲੇਸਿਸ, ਕੋਈ ਡਰਟ ਅਤੇ ਸਟੇਨ ਨਾ ਰਹਿ ਗਈ ਹੋਵੇ ਕੱਪੜੇ 'ਤੇ, ਇਹ ਸਾਰੇ ਸਾਡੇ ਪ੍ਰੀ ਪ੍ਰੋਡਕਸ਼ਨ ਇਨਸਪੈਕਸ਼ਨ ਦੇ ਵਿੱਚ ਆਉਂਦੇ ਨੇ। ਉਸ ਤੋਂ ਬਾਅਦ ਆ ਜਾਂਦਾ ਜਦੋਂ ਅਸੀਂ ਪ੍ਰੀ ਪ੍ਰੋਡਕਸ਼ਨ ਕਰ ਲਈ, ਫਿਰ ਸਾਡੇ ਕੋਲ ਬਿਫੋਰ ਪ੍ਰੋਡਕਸ਼ਨ, ਇੱਕ ਵਾਰ ਦੁਬਾਰਾ ਤੋਂ ਫਿਰ ਜਦੋਂ ਸਾਡੇ ਕੋਲ ਕੱਪੜਾ ਬਣ ਗਿਆ ਉਹਦੀ ਇਨਸਪੈਕਸ਼ਨ ਕੀਤੀ ਜਾਂਦੀ ਹੈ, ਜੋ ਅਸੈਸਰੀਜ਼ ਅਸੀਂ ਕੱਪੜੇ 'ਤੇ ਯੂਜ਼ ਕਰਨੀਆਂ ਉਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾਂਦੀ ਹੈ। ਲਾਈਕ ਜਿਵੇਂ ਸਾਡੇ ਕੋਲ ਅਸੀਂ ਕੱਪੜੇ ਦੇ ਨਾਲ ਜਿਹੜਾ ਅਸੀਂ ਕੱਪੜਾ ਤਿਆਰ ਕਰਨਾ ਉਹਦੇ ਨਾਲ ਥਰੈਡਸ ਕਿਹੜੇ ਯੂਜ਼ ਕਰਨੇ ਹੈ, ਉਹਦੇ 'ਤੇ ਅਸੈਸਰੀਜ਼ ਕਿਹੜੀਆਂ ਯੂਜ਼ ਹੋਣਗੀਆਂ, ਜਿਵੇਂ ਬਟਨਸ, ਫਾਸਟਨਰਸ ਹੋ ਗਏ, ਜ਼ਿਪਰਸ ਹੋ ਗਈਆਂ, ਜਾਂ ਕੋਈ ਲੇਸਿਸ ਵਗੈਰਾ ਯੂਜ਼ ਕਰਨੀਆਂ, ਇਹ ਸਾਰਾ ਅਸੀਂ ਉਹਦੇ 'ਤੇ ਚੈੱਕ ਰੱਖਾਂਗੇ। ਉਸ ਤੋਂ ਬਾਅਦ ਹੈ ਸਾਡੇ ਕੋਲ ਡਿਊਰਿੰਗ ਪ੍ਰੋਡਕਸ਼ਨ ਇਨਸਪੈਕਸ਼ਨ। ਜਦੋਂ ਸਾਡੇ ਕੋਲ ਇੱਕ ਵਾਰ ਪ੍ਰੋਡਕਸ਼ਨ ਸ਼ੁਰੂ ਹੋ ਗਈ, ਉਸ ਤੋਂ ਬਾਅਦ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਰਹਿ ਜਾਂਦੀਆਂ, ਜਿਹੜੀਆਂ ਕਿ ਕੁਆਲਿਟੀ ਕੰਟਰੋਲ ਦੇ ਰਾਹੀਂ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ। ਇਹਨਾਂ ਵਿੱਚ ਮੇਨਲੀ ਹੈ ਲੂਜ਼ ਥਰੈਡ, ਸਟਿਚਿੰਗ ਕਰਦੇ ਹੋਏ ਕਈ ਵਾਰ ਵਿੱਚ ਲੂਜ਼ ਥਰੈਡਸ ਰਹਿ ਜਾਂਦੇ ਆ, ਓਪਨ ਸੀਮਸ ਰਹਿ ਜਾਂਦੀਆਂ, ਸੀਮਸ ਵਿੱਚੋਂ ਮਿਸ ਹੋ ਜਾਂਦੀਆਂ, ਵੇਵੀ ਸਟਿਚ ਆਉਣੇ ਸ਼ੁਰੂ ਹੋ ਜਾਂਦੇ ਆ, ਅਤੇ ਕਈ ਵਾਰ ਸਟਿਚ ਡਰੋਪ ਹੋ ਜਾਂਦਾ ਹੈ। ਇਹਨਾਂ ਦੇ ਵਿੱਚੋਂ ਸਾਡੇ ਕੋਲ ਮੇਨਲੀ ਤੌਰ 'ਤੇ ਡਰਟ ਐਂਡ ਸਟੇਨਸ ਵੀ ਚੈੱਕ ਕਰਨੇ ਹੁੰਦੇ ਆ, ਮੀਜਰਮੈਂਟਸ, ਦੈਨ ਲੇਬਲਸ, ਟ੍ਰਿਮ ਐਂਡ ਅਸੈਸਰੀਜ਼, ਕਾਲਰ ਐਂਡ ਕਫ ਮੈਚਿੰਗ। ਇਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਟਿਚਿਸ ਪਰ ਇੰਚ ਕਿੰਨੇ ਹੈ। ਇਹ ਸਭ ਤੋਂ ਮੇਨ ਸਾਡੇ ਰੈਡੀਮੇਡ ਗਾਰਮੈਂਟਸ ਦੀ ਸਭ ਤੋਂ ਮੇਨ ਜਿਹੜੀ ਚੀਜ਼ ਹੁੰਦੀ ਹੈ, ਸਟਿਚਿਸ ਪਰ ਇੰਚ। ਕੁਆਲਿਟੀ ਕੰਟਰੋਲ ਨੇ ਚੈੱਕ ਕਰਨਾ ਹੁੰਦਾ ਹੈ ਕਿ 1 ਇੰਚ ਦੇ ਵਿੱਚ ਕਿੰਨੇ ਸਟਿਚਿਸ ਹੈ। ਉਹ ਸਟਿਚਿਸ ਬਹੁਤ ਜ਼ਿਆਦਾ ਵੱਡੇ ਨਹੀਂ ਹੋਣੇ ਚਾਹੀਦੇ, 1 ਇੰਚ ਦੇ ਵਿੱਚ 7 ਤੋਂ 8 ਸਟਿਚਿਸ ਹੋਣੇ ਚਾਹੀਦੇ ਹੈ, ਤਾਂ ਜੋ ਜਿਹੜੀ ਸਟਿਚਿੰਗ ਦੀ ਕੁਆਲਿਟੀ ਹੈ ਉਹ ਬਰਕਰਾਰ ਰਹੇ। ਸ਼ੇਡਸ ਪ੍ਰੋਪਰ ਹੋਣੇ ਚਾਹੀਦੇ ਹੈ, ਫਾਸਟਨਰਸ ਪ੍ਰੋਪਰਲੀ ਲੱਗੇ ਹੋਣੇ ਚਾਹੀਦੇ ਆ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਪ੍ਰੋਡਕਸ਼ਨ ਤੋਂ ਬਾਅਦ ਵਿੱਚ ਜਦੋਂ ਕੱਪੜਾ ਸਾਡੇ ਕੋਲ ਤਿਆਰ ਹੋ ਗਿਆ, ਉਸ ਤੋਂ ਬਾਅਦ 'ਚ ਐਮਬਰਾਇਡਰੀ ਸੈਕਸ਼ਨ ਵਿੱਚ ਭੇਜਿਆ ਜਾਂਦਾ ਹੈ। ਇੱਥੇ ਅਸੀਂ ਦੇਖ ਸਕਦੇ ਹਾਂ ਕਿ CAD ਕੰਪਿਊਟਰ ਐਡਿਡ ਡਿਜ਼ਾਈਨਿੰਗ ਦੀ ਹੈਲਪ ਦੇ ਨਾਲ ਇੰਡਸਟਰੀਜ਼ ਵਿੱਚ ਬਹੁਤ ਸਾਰਾ ਕੰਮ ਕੀਤਾ ਜਾਂਦਾ ਹੈ, ਜਿਸ ਵਿੱਚ ਕਿ ਐਮਬਰਾਇਡਰੀ ਵੀ ਮੇਨ ਹੈਗੀ ਹੈ। ਇਸ ਵਿੱਚ CAM ਮਸ਼ੀਨਸ ਦੀ ਹੈਲਪ ਦੇ ਨਾਲ ਅਸੀਂ ਐਮਬਰਾਇਡਰੀ ਕਰਦੇ ਹਾਂ, ਜਿਵੇਂ ਕਿ ਸਾਈਡ 'ਤੇ ਇੱਕ ਸੂਟ ਦਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ, ਇੱਕ ਦੁਪੱਟੇ ਦਾ ਡਿਜ਼ਾਈਨ ਹੈ, ਔਰ ਇੱਕ ਫੈਬਰਿਕ ਦੇ ਉੱਤੇ ਡਿਜ਼ਾਈਨਿੰਗ ਕੀਤੀ ਜਾ ਰਹੀ ਹੈ। ਇਹ ਸਾਰਾ ਕੁਝ ਕੰਪਿਊਟਰਾਈਜ਼ ਜਿਹੜੀਆਂ ਮਸ਼ੀਨਸ ਹੈ, ਕੰਪਿਊਟਰ ਦੇ ਨਾਲ ਉਹਨਾਂ ਦੇ ਡਿਜ਼ਾਈਨ ਤਿਆਰ ਕਰਕੇ ਫਿਰ ਸਾਰਾ ਕੁਝ ਕੀਤਾ ਜਾਂਦਾ ਹੈ। ਇਹ ਫੁੱਲੀ ਕੰਪਿਊਟਰਾਈਜ਼ ਮਸ਼ੀਨਸ ਹੈ ਜੋ ਸਾਡੀ ਇੰਡਸਟਰੀ ਵਿੱਚ ਯੂਜ਼ ਕੀਤੀ ਜਾਂਦੀ ਹੈ, ਜਿੱਥੇ ਕਿ ਮਾਸ ਪ੍ਰੋਡਕਸ਼ਨ ਦਾ ਕੰਮ ਕੀਤਾ ਜਾਂਦਾ ਹੈ। ਮਿਲੀਅਨਸ ਦੇ ਹਿਸਾਬ ਨਾਲ ਜਦੋਂ ਫੈਬਰਿਕ ਜਾਂ ਬੈੱਡਸ਼ੀਟਸ ਜਾਂ ਕੁਝ ਵੀ ਸੂਟਸ ਰੈਡੀ ਹੁੰਦੇ ਆ, ਅਲੱਗ-ਅਲੱਗ ਮਸ਼ੀਨ 'ਤੇ ਅਲੱਗ-ਅਲੱਗ ਕਲਰ ਦਾ ਧਾਗਾ ਚੜ੍ਹਾ ਕੇ ਉਹਦੇ 'ਤੇ ਇੱਕ ਵਾਰ ਡਿਜ਼ਾਈਨ ਫਿਕਸ ਕਰ ਦਿੱਤਾ ਜਾਂਦਾ ਹੈ, ਅਤੇ ਉਹ ਮਾਸ ਪ੍ਰੋਡਕਸ਼ਨ ਦੇ ਰੂਪ ਵਿੱਚ ਫਿਰ ਉਹ ਮਸ਼ੀਨ ਦੇ ਨਾਲ ਕੰਮ ਕੀਤਾ ਜਾਂਦਾ ਹੈ। ਇਸ ਮਸ਼ੀਨ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫਰੇਮਸ ਲੱਗੇ ਹੋਏ ਹੈ, ਐਮਬਰਾਇਡਰੀ ਫਰੇਮਸ, ਅਲੱਗ-ਅਲੱਗ ਥਰੈਡਸ ਨੂੰ ਉੱਤੇ ਸੈੱਟ ਕੀਤਾ ਜਾ ਚੁੱਕਿਆ ਹੈ।
ਸਾਈਡ 'ਤੇ ਇੱਕ ਕੰਪਿਊਟਰ ਲੱਗਿਆ ਹੋਇਆ ਜਿਸ ਵਿੱਚ ਕਿ ਡਿਜ਼ਾਈਨ ਫੀਡ ਕੀਤਾ ਹੋਇਆ, ਉਹਦੀ ਹੈਲਪ ਨਾਲ ਇਹ ਸਾਰੀ ਡਿਜ਼ਾਈਨਿੰਗ ਕੀਤੀ ਜਾ ਰਹੀ ਹੈ। ਇਸ ਵਿੱਚ ਅਸੀਂ ਅਲੱਗ-ਅਲੱਗ ਦੇਖ ਰਹੇ ਹਾਂ ਪੈਚਿਸ ਜਿਹੜੇ ਕਿ ਐਮਬਰਾਇਡਰੀ ਦੇ ਨਾਲ ਤਿਆਰ ਕੀਤੇ ਹੋਏ ਹੈ। ਇਹ ਮਸ਼ੀਨ ਦੇ ਨਾਲ ਤਿਆਰ ਕੀਤੇ ਜਾ ਰਹੇ ਹੈ ਜੋ ਕਿ ਦੇਖਣ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਨੇ। ਐਮਬਰਾਇਡਰੀ ਦੇ ਵਿੱਚ ਇਹ ਸਭ ਤੋਂ ਪਹਿਲਾਂ ਮੇਨ ਕੁਆਲਿਟੀ ਦੇ ਵਿੱਚ ਇਹ ਦੇਖਣ ਵਾਲੀ ਚੀਜ਼ ਹੁੰਦੀ ਹੈ ਕਿ ਅਸੀਂ ਕਿਸ ਕੱਪੜੇ ਦੇ ਉੱਤੇ ਕਿਸ ਕਲਰ ਦੀ ਮਿਕਸਿੰਗ ਕਰਨੀ ਹੈ, ਕਿਹੜੇ ਕਿਹੜੇ ਥਰੈਡਸ ਦੀ ਕਿਹੜੇ ਕਿਹੜੇ ਕਲਰਸ ਦੀ ਮਿਕਸ ਐਂਡ ਮੈਚ ਕਰਨਾ, ਔਰ ਇਹ ਕਿਸ ਤਰ੍ਹਾਂ ਦਾ ਡਿਜ਼ਾਈਨ ਬਣੇਗਾ ਜਿਹੜਾ ਕਿ ਬਾਅਦ ਵਿੱਚ ਜਿਹਦੀ ਆਊਟਲੁੱਕ ਅੱਛੀ ਲੱਗੇ, ਕਿਸ ਕਲਰ ਦੇ ਫੈਬਰਿਕ ਉੱਤੇ ਕਿਸ ਕਲਰ ਦਾ ਥਰੈਡ ਇਫੈਕਟਿਵ ਲੱਗੇਗਾ। ਪ੍ਰੋਡਕਸ਼ਨ ਤੋਂ ਬਾਅਦ ਵਿੱਚ ਜਦੋਂ ਫੈਬਰਿਕ ਰੈਡੀ ਹੋ ਜਾਂਦਾ ਉਸ ਤੋਂ ਬਾਅਦ ਵੀ ਬਹੁਤ ਡਿਫੈਕਟਸ ਆ ਜਾਂਦੇ ਹੈ ਜਿਨ੍ਹਾਂ ਵਿੱਚ ਕਿ ਰੋਂਗ ਸ਼ੇਡ ਹੋ ਜਾਏਗਾ, ਅਨਈਵਨ ਡਾਈਂਗ, ਹੋਲਸ ਕਈ ਵਾਰ ਰਹਿ ਜਾਂਦੇ ਕੱਪੜੇ 'ਚ। ਪ੍ਰੋਡਕਸ਼ਨ ਦੇ ਵੇਲੇ ਕਾਫੀ ਜਗ੍ਹਾ 'ਤੇ ਕੱਪੜਾ ਅਟਕ ਜਾਂਦਾ, ਉਹਦੇ ਨਾਲ ਕਈ ਵਾਰ ਹੋਲਸ ਹੋ ਜਾਂਦੇ ਹੈ। ਮੇਨ ਡਿਫੈਕਟ ਹੈਗਾ ਜਿਹੜਾ ਸਾਡਾ ਸ਼ੇਡਸ ਵਿੱਚ ਵੇਰੀਏਸ਼ਨ ਆ ਜਾਂਦੀ ਹੈ, ਕਈ ਵਾਰ ਲੋਟ ਵਿੱਚ ਵੇਰੀਏਸ਼ਨ ਆ ਜਾਂਦੀ ਹੈ ਅਤੇ ਸੀਮਸ ਓਪਨ ਰਹਿ ਜਾਂਦੀਆਂ, ਡਰਟ ਅਤੇ ਸਟੇਨ ਲੱਗ ਜਾਂਦੇ ਨੇ, ਆਇਲ ਸਟੇਨਸ ਲੱਗ ਜਾਂਦੇ ਮਸ਼ੀਨ ਵਿੱਚੋਂ, ਅਤੇ ਉਹਦੇ ਨਾਲ ਕੱਪੜਿਆਂ ਦੀ ਸੌਫਟਨੈਸ ਖ਼ਰਾਬ ਹੋ ਜਾਂਦੀ ਹੈ। ਕਈ ਕੱਪੜੇ ਵਾਸ਼ਿੰਗ ਟਾਈਮ ਸ਼ਰਿੰਕ ਹੋ ਜਾਂਦੇ ਹੈ, ਕਈਆਂ ਦੇ ਕਰੀਜ਼ ਅਨਨੈਸੈਸਰੀ ਕਰੀਜ਼ ਮਾਰਕਸ ਰਹਿ ਜਾਂਦੇ ਹੈ। ਇਹ ਸਾਰੇ ਸਾਨੂੰ ਇੱਕ ਕੁਆਲਿਟੀ ਕੰਟਰੋਲਰ ਨੂੰ ਚੈੱਕ ਕਰਨ ਦੀ ਲੋੜ ਪੈਂਦੀ ਹੈ। ਹੁਣ ਸਾਡੇ ਕੋਲ ਆ ਗਈ ਫਾਈਨਲ ਇੰਸਪੈਕਸ਼ਨ। ਫਾਈਨਲ ਇੰਸਪੈਕਸ਼ਨ ਦੇ ਵਿੱਚ ਮੇਨ ਹੈ ਸਾਡੇ ਕੋਲ ਪੈਕਿੰਗ ਐਂਡ ਅਸੋਰਟਮੈਂਟ, ਜਿਸ ਵਿੱਚ ਕਿ ਕਈ ਵਾਰ ਕੱਪੜਿਆਂ 'ਤੇ ਰੋਂਗ ਸਾਈਜ਼ਸ ਲੱਗ ਜਾਂਦੇ ਹੈ, ਰੋਂਗ ਕੁਆਂਟਿਟੀ ਹੋ ਜਾਂਦੀ ਹੈ ਅਤੇ ਲੇਬਲਸ ਮਿਸਿੰਗ ਰਹਿ ਜਾਂਦੇ ਨੇ, ਅਤੇ ਰੋਂਗ ਸਾਈਜ਼ ਦੇ ਕਲਰ ਦੀ ਅਸੋਰਟਮੈਂਟ ਹੋ ਜਾਂਦੀ ਹੈ ਐਂਡ ਰੋਂਗ ਫੋਲਡਿੰਗ ਹੋ ਜਾਂਦੀ ਹੈ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਅਲੱਗ-ਅਲੱਗ ਜਿਹੜੇ ਸਾਈਜ਼ ਕੈਟਾਗਰੀਜ਼ ਹੈ, ਇਹ ਕਈ ਵਾਰ ਅਗਰ ਐਲ ਸਾਈਜ਼ ਦਾ ਕੱਪੜਾ ਹੈ ਤਾਂ ਉਹਦੇ 'ਤੇ ਡਬਲ ਐਕਸਐਲ ਲੱਗ ਜਾਏਗਾ, ਅਗਰ ਕੋਈ ਐਸ ਸਾਈਜ਼ ਦਾ ਕੱਪੜਾ ਹੈ ਤਾਂ ਉਹਦੇ 'ਤੇ ਐਕਸਐਲ ਲੱਗ ਜਾਂਦਾ ਹੈ, ਜੋ ਕਿ ਕੁਆਲਿਟੀ ਕੰਟਰੋਲਰ ਨੇ ਹਰ ਇੱਕ ਕੱਪੜੇ ਨੂੰ ਮੇਜ਼ਰ ਕਰਕੇ ਉਹਦੀ ਲੇਬਲਿੰਗ ਚੈੱਕ ਕਰਨੀ ਹੁੰਦੀ ਹੈ ਕਿ ਉਹਦੇ 'ਤੇ ਕੰਪਨੀ ਦਾ ਲੇਬਲ ਲੱਗਿਆ ਜਾਂ ਨਹੀਂ, ਉਹਦੇ 'ਤੇ ਫੈਬਰਿਕ ਵਾਸਤੇ ਇੰਸਟਰਕਸ਼ਨਸ ਵਾਲਾ ਲੇਬਲ ਫਿਕਸ ਹੋਇਆ ਹੈ ਜਾਂ ਨਹੀਂ। ਇਹ ਇੱਕ ਮੇਨ ਪਾਰਟ ਹੁੰਦਾ ਹੈ ਕੁਆਲਿਟੀ ਕੰਟਰੋਲ ਕਰਨ ਦਾ। ਉਸ ਤੋਂ ਬਾਅਦ ਪੈਕਿੰਗ ਕਰਨ ਸਮੇਂ ਚੈੱਕ ਕਰਨਾ, ਕੱਪੜੇ ਦੀ ਮੇਜਰਮੈਂਟਸ ਚੈੱਕ ਕਰਨੀਆਂ, ਉਸ ਤੋਂ ਬਾਅਦ ਹੀ ਫੋਲਡਿੰਗ ਹੁੰਦੀ ਹੈ, ਉਸ ਤੋਂ ਬਾਅਦ ਹੀ ਸਾਰੀ ਪੈਕੇਜਿੰਗ ਹੁੰਦੀ ਹੈ, ਔਰ ਕੱਪੜੇ ਦੇ ਉੱਤੇ ਕੁਆਲਿਟੀ ਕੰਟਰੋਲ QCOK ਨਾਮ ਦਾ ਇੱਕ ਸਟਿੱਕਰ ਹੁੰਦਾ ਹੈ, ਲੇਬਲ ਹੁੰਦਾ ਹੈ ਜਿਹੜਾ ਕਿ ਉਹਦੇ 'ਤੇ ਲੱਗਣਾ ਬਹੁਤ ਜ਼ਰੂਰੀ ਹੁੰਦਾ ਹੈ। ਕੁਆਲਿਟੀ ਟੈਸਟਿੰਗ ਕੁਆਲਿਟੀ ਕੰਟਰੋਲਰ ਨੇ ਜਦੋਂ ਸਭ ਕੁਝ ਚੈੱਕ ਕਰ ਲਿਆ ਉਸ ਤੋਂ ਬਾਅਦ ਵਿੱਚ ਸਾਡੇ ਕੋਲ ਉਹ ਇੱਕ ਸਰਟੀਫਿਕੇਟ ਦਿੰਦਾ ਹੈ ਜਿਸ ਵਿੱਚ ਕਿ 100% ਕੁਆਲਿਟੀ ਨੂੰ ਟਿਕ ਕੀਤਾ ਜਾਂਦਾ ਹੈ, ਔਰ ਇਹ ਤਾਂ ਹੀ ਪੂਰਾ ਹੋ ਸਕਦਾ ਹੈ ਜਦੋਂ ਇੱਕ ਕੁਆਲਿਟੀ ਕੰਟਰੋਲਰ ਆਪਣੀ 100% ਸਰਵਿਸ ਆਪਣੇ ਜੌਬ ਨੂੰ ਆਪਣੀ ਸਰਵਿਸ ਨੂੰ ਦੇਵੇ। ਕੁਆਲਿਟੀ ਕੰਟਰੋਲ ਕਰਦੇ ਹੋਏ ਕਈ ਵਾਰ ਕੁਝ ਮੇਨ ਡਿਫੈਕਟਸ ਰਹਿ ਜਾਂਦੇ ਨੇ ਜਿਨ੍ਹਾਂ ਵਿੱਚ ਕਿ ਕੁਆਲਿਟੀ ਕੰਟਰੋਲਰ ਹੈ ਇੱਕ ਕਾਰਡ ਇਸ਼ੂ ਕਰਦਾ ਹੈ ਜਿਹੜਾ ਕਿ ਓਪਰੇਟਰ ਹੁੰਦਾ, ਅਗਰ ਓਪਰੇਟਰ ਦੀ ਮਿਸਟੇਕ ਹੈ ਤਾਂ ਉਸਨੂੰ ਦਿੱਤਾ ਜਾਂਦਾ ਹੈ। ਜਿਸ ਵੀ ਸੈਕਸ਼ਨ ਦਾ ਕੋਈ ਡਿਫੈਕਟ ਹੁੰਦਾ ਉਸ ਸੈਕਸ਼ਨ ਨੂੰ ਉਹ ਕਾਰਡ ਇਸ਼ੂ ਕੀਤਾ ਜਾਂਦਾ ਹੈ ਤਾਂ ਜੋ ਰਿਸਪੋਂਸੀਬਿਲਿਟੀ ਕਿਸ ਚੀਜ਼ ਦੀ ਉਹਦੇ ਸਭ ਕੁਝ ਲਿਖਿਆ ਹੁੰਦਾ ਹੈ ਕਿ ਫਾਲਟ ਕੀ ਹੈ, ਅਪੀਅਰੈਂਸ ਕੀ ਹੈ, ਕਿਸ ਕਾਰਨ ਕਰਕੇ ਇਹ ਡਿਫੈਕਟ ਹੋਇਆ ਔਰ ਇਹਦਾ ਕੀ ਇਫੈਕਟ ਹੋਏਗਾ, ਰਿਸਪੋਂਸੀਬਿਲਿਟੀ ਕਿਸ ਦੀ ਹੈ ਔਰ ਇਸ 'ਤੇ ਐਕਸ਼ਨ ਕੀ ਹੋਣਾ ਚਾਹੀਦਾ ਔਰ ਇਹਦੀ ਪ੍ਰੀਵੈਂਸ਼ਨ ਕੀ ਹੋਣੀ ਚਾਹੀਦੀ ਹੈ ਤਾਂ ਜੋ ਸਾਡਾ ਪ੍ਰੋਡਕਟ ਸਹੀ ਹੋ ਸਕੇ। ਇੱਕ ਅੱਛੇ ਕੁਆਲਿਟੀ ਕੰਟਰੋਲਰ ਵਿੱਚ ਬਹੁਤ ਸਾਰੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਜਿਨ੍ਹਾਂ ਬਾਰੇ ਵੀ ਅਸੀਂ ਅੱਜ ਜ਼ਰੂਰ ਡਿਸਕਸ ਕਰਾਂਗੇ। ਹੀ ਸ਼ੁੱਡ ਹੈਵ ਦਾ ਨੌਲੇਜ ਅਬਾਊਟ ਦਾ ਆਫਿਸ, ਉਸਨੂੰ ਆਪਣੀ ਕੰਪਨੀ ਬਾਰੇ, ਆਪਣੀ ਆਫਿਸ ਬਾਰੇ, ਆਪਣੀ ਗਾਰਮੈਂਟ ਇੰਡਸਟਰੀ ਬਾਰੇ ਫੁੱਲੀ ਨੌਲੇਜ ਹੋਣੀ ਚਾਹੀਦੀ ਹੈ ਕਿ ਮੇਰੀ ਕੰਪਨੀ ਕੀ ਪ੍ਰੋਡਕਟ ਬਣਾ ਰਹੀ ਹੈ, ਸਾਨੂੰ ਕਿਸ ਤਰ੍ਹਾਂ ਦੀ ਡਿਮਾਂਡ ਹੈ ਮਾਰਕੀਟ 'ਚੋਂ। ਉਸਨੂੰ ਆਪਣੇ ਜਿਹੜੇ ਵਰਕਰਸ ਆ ਉਹਨਾਂ ਤੋਂ ਸੁਣਨ ਦੀ, ਆਪਣੇ ਆਫਿਸਰਸ ਦੀ ਗੱਲ ਸੁਣਨ ਦੀ ਹੈਬਿਟ ਹੋਣੀ ਚਾਹੀਦੀ ਹੈ ਤਾਂ ਜੋ ਕੋਆਰਡੀਨੇਸ਼ਨ ਨਾਲ ਕੰਮ ਹੋ ਸਕੇ, ਔਰ ਉਸਨੂੰ ਉਸ ਦੇ ਨਾਲ ਹੀ ਟੈਕਨੀਕਲ ਨੌਲੇਜ ਵਿੱਚ ਵੀ ਐਕਸਪਰਟ ਹੋਣਾ ਚਾਹੀਦਾ ਹੈ ਤਾਂ ਜੋ ਕੰਮ ਉਹ ਬਿਲਕੁਲ ਗੁਣਵੱਤਾ ਦੇ ਆਧਾਰ 'ਤੇ ਬਿਲਕੁਲ ਐਕੂਰੇਟ ਕਰਾ ਸਕੇ। ਉਸ ਵਿੱਚ ਇੰਨੀ ਐਬਿਲਿਟੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ
ਥੱਲੇ ਕੰਮ ਕਰਦੇ ਲੋਕ ਤੇ ਆਪਣੇ ਸੁਬੋਰਡੀਨੇਟਸ, ਆਪਣੇ ਆਫਿਸਰਸ ਨੂੰ ਸਾਰਿਆਂ ਨੂੰ ਜੱਜ ਕਰ ਸਕੇ। ਉਸ ਕੋਲ ਇੱਕ ਅੱਛੀ ਐਬਿਲਿਟੀ ਹੋਣੀ ਚਾਹੀਦੀ ਹੈ ਸਾਰਿਆਂ ਨਾਲ ਵਧੀਆ ਗੱਲਬਾਤ ਕਰਨ ਦੀ। ਉਸ ਕੋਲ ਇੱਕ ਵਰਕਰਸ ਕੋਲੋਂ ਕੰਮ ਕਰਵਾਉਣ ਦੀ ਵੀ ਐਬਿਲਿਟੀ ਹੋਣੀ ਚਾਹੀਦੀ ਹੈ। ਉਸਨੂੰ ਇੱਕ ਅੱਛਾ ਐਡਮਿਨਿਸਟ੍ਰੇਟਿਵ ਹੋਣਾ ਚਾਹੀਦਾ ਹੈ। ਉਸ ਦੇ ਵਿੱਚ ਸੋਸ਼ਲ ਐਬਿਲਿਟੀ ਅਤੇ ਕੁਆਲਿਟੀ ਵੀ ਹੋਣੀ ਚਾਹੀਦੀ ਹੈ ਤਾਂ ਜੋ ਆਪਣੇ ਵਰਕਰਸ ਤੋਂ ਕੰਮ ਲੈ ਸਕੇ, ਉਹਨਾਂ ਦੇ ਨਾਲ ਮਿਲਵਰਤਨ ਦੀ ਭਾਵਨਾ ਦੇ ਨਾਲ ਉਹਨਾਂ ਤੋਂ ਵੱਧ ਕੰਮ ਲੈ ਸਕੇ। ਉਸ ਦੀਆਂ ਫਿਜ਼ੀਕਲ ਕੁਆਲਿਟੀਜ਼ ਵੀ ਬਹੁਤ ਅੱਛੀਆਂ ਹੋਣੀਆਂ ਚਾਹੀਦੀਆਂ, ਭਾਵ ਕਿ ਉਹਦੀ ਪਰਸਨੈਲਿਟੀ ਅੱਛੀ ਹੋਣੀ ਚਾਹੀਦੀ ਹੈ, ਉਸਦਾ ਬੋਲਣ ਦਾ ਸਲੀਕਾ, ਉਸਦਾ ਬੈਠਣ ਉੱਠਣ ਦਾ ਤਰੀਕਾ ਬਹੁਤ ਵਧੀਆ ਹੋਣਾ ਚਾਹੀਦਾ ਹੈ। ਉਸ ਵਿੱਚ ਲੀਡਰਸ਼ਿਪ ਵਾਲੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਔਰ ਉਸ ਵਿੱਚ ਇੰਨੀ ਐਬਿਲਿਟੀ ਹੋਣੀ ਚਾਹੀਦੀ ਹੈ ਕਿ ਅਗਰ ਕੋਈ ਕਮੀ ਪੇਸ਼ੀ ਹੁੰਦੀ ਹੈ ਜਾਂ ਕਿਸੇ ਵਿੱਚ ਕੋਈ ਲੜਾਈ ਝਗੜਾ ਵਰਕਰਸ ਵਿੱਚ ਹੋ ਜਾਂਦਾ ਹੈ ਤਾਂ ਉਹ ਸਾਰੇ ਡਿਸਪਿਊਟਸ ਨੂੰ ਅਵੋਇਡ ਕਰ ਸਕੇ, ਉਸਨੂੰ ਹੈਂਡਲ ਕਰ ਸਕੇ। ਹੁਣ ਅਸੀਂ ਗੱਲ ਕਰਦੇ ਹਾਂ ਕੁਆਲਿਟੀ ਕੰਟਰੋਲ ਬਾਰੇ ਸਾਰਾ ਕੁਝ ਸਮਝਣ ਤੋਂ ਬਾਅਦ ਕਿ ਇਸ ਦੇ ਕਿਸੇ ਕੰਪਨੀ ਨੂੰ ਕੀ ਕਮਰਸ਼ੀਅਲ ਐਡਵਾਂਟੇਜਸ ਹੋ ਸਕਦੀਆਂ, ਇਸ ਦੇ ਕਿਸੇ ਕੰਪਨੀ ਨੂੰ ਕੀ ਲਾਭ ਹੋ ਸਕਦੇ ਆ। ਸਭ ਤੋਂ ਵੱਡਾ ਲਾਭ ਸਾਡੇ ਕੋਲ, ਸਭ ਤੋਂ ਵੱਡੀ ਐਡਵਾਂਟੇਜ ਇਹ ਹੈ ਕਿ ਇਸ ਦੇ ਨਾਲ ਕੋਈ ਵੀ ਕੰਪਨੀ ਆਪਣੀ ਕੁਆਲਿਟੀ ਨੂੰ ਕੰਟਰੋਲ ਕਰਕੇ ਕੰਪੀਟੀਸ਼ਨ ਦੇ ਸਭ ਤੋਂ ਉੱਚੇ ਪੱਧਰ 'ਤੇ ਰਹਿ ਸਕਦੀ ਹੈ। ਇਸ ਦੇ ਨਾਲ ਵੇਸਟੇਜ ਨੂੰ ਘੱਟ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ। ਇਸ ਦੇ ਨਾਲ ਅਸੀਂ ਆਪਣੇ ਕਸਟਮਰਸ ਨੂੰ ਖੁਸ਼ ਰੱਖ ਸਕਦੇ ਹਾਂ। ਇਸ ਦੇ ਨਾਲ ਅਸੀਂ ਵੇਸਟੇਜ ਵਿੱਚ ਕਮੀ ਕਰਕੇ ਵੱਧ ਤੋਂ ਵੱਧ ਸੇਵਿੰਗ ਕਰਕੇ ਉਹੀ ਇਨਵੈਸਟਮੈਂਟ ਨੂੰ ਦੁਬਾਰਾ ਆਪਣੇ ਬਿਜ਼ਨਸ ਦੇ ਵਿੱਚ ਲਗਾ ਸਕਦੇ ਹਾਂ, ਆਪਣੇ ਬਿਜ਼ਨਸ ਨੂੰ ਵਧਾ ਸਕਦੇ ਹਾਂ। ਜਦੋਂ ਇੱਕ ਵਾਰ ਇੰਸਪੈਕਸ਼ਨ ਸਿਸਟਮ ਪੂਰਾ ਹੋ ਗਿਆ ਤਾਂ ਉਸ ਤੋਂ ਬਾਅਦ ਵਿੱਚ ਜਿਹੜੀ ਸਾਡੇ ਮੈਨ ਪਾਵਰ ਹੈ ਉਹ ਕਿਤੇ ਵੀ ਨਹੀਂ ਜਾਂਦੀ, ਉਹਨੂੰ ਅਸੀਂ ਪ੍ਰੋਪਰਲੀ ਯੂਜ਼ ਕਰ ਸਕਦੇ ਹਾਂ ਆਪਣੀ ਕੰਪਨੀ ਦੇ ਪ੍ਰੋਡਕਟ ਦੀ ਗੁਣਵੱਤਾ ਨੂੰ ਉੱਚੇ ਪੱਧਰ 'ਤੇ ਲੈ ਕੇ ਜਾਣ ਲਈ। ਹੁਣ ਅਸੀਂ ਬਰੀਫ 'ਚ ਗੱਲ ਕਰਦੇ ਹਾਂ ਇੰਪਰੂਵ ਕੁਆਲਿਟੀ ਨਾਲ ਸਾਨੂੰ ਕੀ ਫਾਇਦਾ ਹੋਏਗਾ। ਕੰਪਨੀ ਦੀ ਰੈਪੂਟੇਸ਼ਨ ਵਧੇਗੀ, ਸਾਡੇ ਪ੍ਰੋਡਕਟ ਦੀ ਲਾਇਬਿਲਿਟੀ ਵਧੇਗੀ, ਸਾਡੇ ਪ੍ਰੋਡਕਟ ਦਾ ਰੇਟ ਵਧੇਗਾ ਔਰ ਸਾਡੀ ਪ੍ਰੋਡਕਟੀਵਿਟੀ ਵੀ ਉੱਚੇ ਪੱਧਰ 'ਤੇ ਜਾਏਗੀ। ਇਹਨਾਂ ਸਾਰਿਆਂ ਦਾ ਰਿਜ਼ਲਟ ਕੀ ਹੋਏਗਾ ਕਿ ਸਾਡੇ ਪ੍ਰੋਫਿਟ ਵਿੱਚ ਵਾਧਾ ਹੋਏਗਾ। ਸੋ ਇਹ ਸੀ ਮੇਰਾ ਅੱਜ ਦਾ ਟੌਪਿਕ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਏਗਾ। ਥੈਂਕਸ ਅ ਲੋਟ।